हाँ जी 10th क्लास बेटे अगे देखो। अच्छा पुत तुहाडे करम। ते फिर वो चिट्ठी के होठां विचों यह गल जिवें बाहर ही आ गई, मैं तां मरीक हरीके डुब के मर जाना जदों लभी ना तूं दस देई। ते वो फिर रोण लग पई। बीबी अमरीक दा भी रोण निकल गया। मैं माँ ने उसनूं घुट के गल नाल ला लिया ते फिर दोवें दीवा बुझा के लेट गए। दोहां नूं नींद नहीं सी पै रही। कदी कदी माँ दे मूँहों वाहिगुरू कहंदा लम्मा हौंका हवा विच रल जांदा। अमरीक दे मन विच बार बार माँ दे कहे होए शब्द गूंज रहे सन। मैं तां मरीक हरीके डुब के मर जाना। हरीके मतलब पत्तन की गल कीती है, नहर की। ठीक है। उसने हरीके दरिया वेख्या होया नहीं सी, पर अखां ही अखां विच ओह अपनी माँ नूं डूंघे पानी विच गोते खांदी हुई अते उसदे फुल्ले होए शरीर नूं वेख रिहा सी अते ओहदियां अखां अगे माई गाबो आ गई। ते ओह हुण रह रह के यह ख्याल उसनूं आउंदा सी कि इन्नी दूर हरीके ही क्यों। ਉਹਦੀ माँ नैया वाले खूह विच भी तां डुब के मर सकदी सी, जिथे पिंड दी एक माई गाबो डुब के मोई सी, जां किसे होर खूह विच। हरीके ही क्यों। ते उसने घुट के अखां मीचियां। उसने किन्ना पाप कीता सी। ਉਹ अपनी माँ दे मरण बारे क्यों सोचिया। उसनूं तां इदां बिल्कुल ही नहीं सी सोचना चाहिदा। ते ਉਹ अपने प्यो ते हैरान हो रहा सी। अज वांग तां उसने कदी भी नहीं सी कीती। उस कदी भी उसकी माँ नूं नहीं सी कुੱਟਿਆ अते फिर जिमें ही उसनूं समझ पई ਉਹਦੀ ਭੂਆ ਦੀਆਂ ਦੋਹੇ ਕੁੜੀਆਂ ਦਾ ਇਕੱਠਾ ਵਿਆਹ ਸੀ ਅਤੇ ਉਹ ਆਪਣੇ ਇਕੱਲੇ ਭਰਾ ਨੂੰ ਬਣ ਠਣ ਕੇ ਆਉਣ ਲਈ ਕਿਹਾ ਸੀ। ਬਾਈਆਂ ਵਿੱਚੋਂ ਬਚਦਾ ਹੀ ਕੀ ਸੀ। ਕਰਤਾਰ ਸਿੰਘ ਜਿਸ ਦਿਨ ਦਾ ਖਤ ਆਇਆ ਸੀ ਖਿਝਿਆ ਰਹਿੰਦਾ ਸੀ। ਪੈਸਿਆਂ ਦਾ ਪ੍ਰਬੰਧ ਕਿੱਥੋਂ ਹੋਵੇ। ਉਹਨਾਂ ਸ਼ਾਹਾਂ ਤੋਂ ਪੁੱਛਿਆ ਸੀ, ਪਰ ਇੰਨਾ ਜ਼ਿਆਦਾ ਵਿਆਜ। ਇੱਕੋ ਭੈਣ ਦਾ ਇੱਕੋ ਭਰਾ ਸੀ। ਭੈਣ ਨੇ ਲਿਖਿਆ ਸੀ ਕਿ ਉਹ ਕਿਹੜਾ ਰੋਜ਼ ਕੁੜੀਆਂ ਉਸਨੇ ਵਿਆਹੁਣੀਆਂ ਹਨ। ਕਰਤਾਰ ਸਿੰਘ ਉਸਦੇ ਪਿਓ ਦੀ ਥਾਂ ਤੇ ਹੈ ਅਤੇ ਭਰਾ ਵੀ। ਕਰਤਾਰ ਸਿੰਘ ਜਗੀਰ ਕੌਰ ਨੂੰ ਆਪਣੀਆਂ ਟੂਮਾਂ ਦੇਣ ਲਈ ਕਹਿ ਰਿਹਾ ਸੀ। ਉਹ ਲਾਡੇ ਵੇਲੇ ਉਸਨੂੰ ਸਮਝਾ ਥੱਕਿਆ ਸੀ, ਪਰ ਉਹ ਕਹਿੰਦੀ ਸੀ ਮੇਰਾ ਅੱਗੇ ਕੀ ਰਹਿ ਗਿਆ, ਸਾਰਾ ਗਹਿਣਾ ਘਰੇ ਹੀ ਖਾਧਾ ਗਿਆ। ਹੁਣ ਇਹ ਵੀ। ਤੇ ਅਮਰੀਕ ਨੂੰ ਸਮਝ ਨਹੀਂ ਸੀ ਆ ਰਹੀ ਕਿ ਮਾਂ ਗਹਿਣੇ ਨਾ ਦੇ ਕੇ ਮਾੜੀ ਕਰ ਰਹੀ ਸੀ ਜਾਂ ਪਿਓ ਗਹਿਣੇ ਮੰਗ ਕੇ ਮਾੜੀ ਕਰ ਰਿਹਾ ਸੀ। ਤੇ ਇਸੇ ਉਧੇੜ ਬੁਣ ਵਿੱਚ ਉਸਦੀ ਅੱਖ ਲੱਗ ਗਈ ਸੀ। ਭੂਆ ਦੀਆਂ ਕੁੜੀਆਂ ਦੇ ਵਿਆਹ ਨਜਿੱਠੇ ਗਏ ਸਨ। 10 ਵਿੱਚੋਂ 2 ਕਿੱਲੇ ਰਹਿਣ ਗਹਿਣੇ ਧਰ ਦਿੱਤੇ ਗਏ ਸਨ। ਕਰਤਾਰ ਸਿੰਘ ਦੀ ਸ਼ਰਾਬ ਪੀਣ ਦੀ ਆਦਤ ਵੱਧ ਗਈ ਸੀ। ਪੀਣਾ ਤਾਂ ਜਿਵੇਂ ਉਸ ਦਾ ਨੇਮ ਬਣ ਗਿਆ ਸੀ। ਉਹ ਰੋਜ਼ ਸ਼ਰਾਬ ਨਾਲ ਗੁੱਟ ਘਰ ਆਉਂਦਾ, ਫਿਰ ਅਫੀਮ ਵੀ ਖਾਣੀ ਸ਼ੁਰੂ ਕਰ ਦਿੱਤੀ ਸੀ। ਹੌਲੀ ਹੌਲੀ ਉਹ ਆਦਤ ਦਾ ਗੁਲਾਮ ਹੁੰਦਾ ਗਿਆ। ਘਰਦਿਆਂ ਤੇ ਰਿਸ਼ਤੇਦਾਰਾਂ ਦੇ ਕਈ ਵਾਰ ਸਮਝਾਉਣ ਤੇ ਉਸਨੇ ਕੋਸ਼ਿਸ਼ ਵੀ ਛੱਡ ਦਿੱਤੀ ਕਿ ਉਹ ਸਮਝਾਉਣਾ ਵੀ ਤੇ ਉਹ ਕੋਸ਼ਿਸ਼ ਵੀ ਕੀਤੀ ਛੱਡ ਦੇਵੇ, ਪਰ ਅਮਲ ਤਾਂ ਜਿਵੇਂ ਉਸ ਦਾ ਹੱਡਾਂ ਵਿੱਚੋਂ ਰਚ ਗਿਆ ਸੀ। ਠੀਕ ਹੈ। ਅਮਰੀਕ ਦੇ ਬਹਿੰਦਿਆਂ ਮਤਲਬ ਦੇਖਦਿਆਂ ਕੁਝ ਸਾਲਾਂ ਵਿੱਚ ਹੀ ਉਸ ਦਾ ਪਿਓ ਨਸ਼ਿਆਂ ਕਰਕੇ ਬੁੱਢਾ ਹੋ ਗਿਆ ਸੀ। ਘਰ ਵਿੱਚ ਹਰ ਵੇਲੇ ਖਿਝ ਗੁੱਸੇ ਦਾ ਤਣਾਅ ਦਾ ਮਾਹੌਲ ਬਣਿਆ ਰਹਿੰਦਾ ਸੀ। ਇੰਜ ਹੌਲੀ ਹੌਲੀ ਕਰਜ਼ਾ ਉਹਨਾਂ ਦੇ ਸਿਰ ਚੜ੍ਹਦਾ ਗਿਆ। ਜੰਗੀਰ ਕੌਰ ਨਾ ਚਾਹੁੰਦਿਆਂ ਵੀ ਦਰਿਆ ਜਾਂ ਖੂਹ ਵਿੱਚ ਡੁੱਬ ਕੇ ਨਹੀਂ ਸੀ ਮਰ ਸਕੀ। ਹੁਣ ਉਹ ਘਰ ਵਿੱਚ ਹੀ ਹਰ ਘੜੀ ਗੋਤੇ ਖਾਂਦੀ, ਡੁੱਬਦੀ ਮਰਦੀ ਰਹਿੰਦੀ। ਕਰਤਾਰ ਸਿੰਘ ਦਾ ਪਿੰਡ ਵਿੱਚ ਪਹਿਲਾਂ ਵਾਲਾ ਮਾਣ ਤੇ ਇੱਜ਼ਤ ਨਹੀਂ ਸੀ ਰਹਿ ਗਿਆ। ਹੌਲੀ ਹੌਲੀ ਚੰਗਾ ਲੱਗਣ ਵਾਲਾ ਪਿਓ ਅਮਰੀਕ ਸਿੰਘ ਦੀਆਂ ਨਜ਼ਰਾਂ 'ਚੋਂ ਡਿੱਗ ਪਿਆ ਸੀ ਤੇ ਉਹ ਹੁਣ ਆਪਸ ਵਿੱਚ ਤਣੇ ਰਹਿੰਦੇ ਸਨ ਭਾਵ ਇੱਕ ਦੂਜੇ 'ਤੇ ਖਿਝੇ ਰਹਿੰਦੇ ਸੀ। ਰਤਾ ਘੂ ਰਗੜ ਲੱਗਣ 'ਤੇ ਉਹਨਾਂ ਵਿਚਲਾ ਬਰੂਦ ਜਿਵੇਂ ਫਟ ਜਾਣ ਲਈ ਕਾਲਾ ਰਹਿੰਦਾ ਤੇ ਇਹ ਬਰੂਦ ਉਸ ਦਿਨ ਫਟ ਹੀ ਪਿਆ ਸੀ ਜਦੋਂ ਵੱਡੀ ਕੁੜੀ
ਬੰਸੋ ਦਾ ਸਾਕ ਅਗਲਿਆਂ ਇਸ ਲਈ ਛੱਡ ਦਿੱਤਾ ਕਿ ਕੁੜੀ ਦਾ ਪਿਓ ਅਮਲੀ ਹੈ। ਉਹਨਾਂ ਦੇ ਘਰ ਤਾਂ ਭੰਗ ਪੁੱਜਦੀ ਹੈ, ਭਾਵ ਬਹੁਤ ਗਰੀਬੀ ਹੈ। ਅਮਰੀਕ ਇਸ ਗੱਲੋਂ ਖਿਝ ਕੇ ਝਗੜਿਆ ਸੀ ਤਾਂ ਕਰਤਾਰ ਸਿੰਘ ਨੇ ਅੱਗੋਂ ਜਵਾਬ ਦਿੱਤਾ, ਮੈਂ ਆਪਦੇ ਪਿਓ ਦੀ ਜਾਇਦਾਦ ਖਾਂਦਾ ਹੋਏ ਮੈਂ ਨਹੀਂ ਕਿਸੇ ਕੰਜਰ ਦੇ ਆਖਿਆਂ ਵੱਡਾ ਹਟਣਾ। ਤੂੰ ਮੈਨੂੰ ਕੀ ਦਿੰਦਾ ਏ? ਕਦੀ ਟਕਾ ਵੀ ਮੇਰੇ ਹੱਥ 'ਤੇ ਧਰਿਆ ਈ? ਬਣਿਆ ਫਿਰਦਾ ਵੱਡਾ ਦਾਨਾ। ਤੇ ਅਮਰੀਕ ਚੁੱਪ ਕਰ ਗਿਆ ਸੀ। ਭਾਵੇਂ ਉਹ ਆਪਣੀ ਅੱਧੀ ਤਨਖਾਹ ਘਰ ਦਿੰਦਾ ਸੀ ਅਤੇ ਉਹ ਘਰ ਵਿੱਚ ਹੀ ਵਰਤਦੀ ਸੀ, ਪਰ ਕਰਤਾਰ ਸਿੰਘ ਨੂੰ ਇਸ ਗੱਲ ਦਾ ਵੀ ਇਤਰਾਜ਼ ਸੀ ਕਿ ਉਹ ਤਨਖਾਹ ਆਪਣੀ ਮਾਂ ਦੇ ਹੱਥ ਵਿੱਚ ਹੀ ਧਰਦਾ ਹੈ, ਉਸਨੂੰ ਕਿਉਂ ਨਹੀਂ ਦਿੰਦਾ। ਇਸ ਲਈ ਉਸ ਦੇ ਉੱਤੇ ਇਸ ਦਾ ਕੋਈ ਅਹਿਸਾਨ ਨਹੀਂ ਸੀ। ਬੇ ਪੁੱਤਾ, ਤੇਰੀ ਆਈ ਮੈਂ ਮਰ ਜਾਂਦੀ, ਬੇ ਮੈਨੂੰ ਰੋਲਣ ਨੂੰ ਛੱਡ ਕੇ ਤੁਰ ਗਿਓ, ਬੇ ਮੇਰਿਆ ਛਿੰਦਿਆ ਪੁੱਤਾ। ਮੰਜੀ 'ਤੇ ਹੱਡੀਆਂ ਦੀ ਮੁੱਠ ਬਣੀ ਬੁੱਢੜੀ ਦਾਦੀ ਨੇ ਕੀਰਨੇ ਪਾਉਣੇ ਸ਼ੁਰੂ ਕਰ ਦਿੱਤੇ। ਦੂਜੀਆਂ ਮੰਜੀਆਂ ਤੋਂ ਕੁੜੀਆਂ ਨੇ ਸਿਸਕਣਾ ਸ਼ੁਰੂ ਕਰ ਦਿੱਤਾ। ਐ ਕਮਲੀਆਂ, ਤੁਸੀਂ ਕਿਉਂ ਰੋਂਦੀਆਂ ਹੋ? ਤੁਹਾਡੇ ਵੀਰ ਜਿਉਂਦੇ ਰਹਿਣ, ਤੁਹਾਨੂੰ ਕਿਸ ਗੱਲ ਦਾ ਘਾਟਾ? ਜਗੀਰ ਕੌਰ ਨੇ ਰੋਂਦੀਆਂ ਕੁੜੀਆਂ ਨੂੰ ਬੁੱਕਲ ਵਿੱਚ ਲੈ ਕੇ ਕਿਹਾ, ਇਹਨਾਂ ਦੀ ਸੁੱਖ ਮੰਗੋ, ਤੁਹਾਨੂੰ ਦੋਹਾਂ ਨੂੰ ਤੇ ਵਿਆਹ ਹੋ ਗਿਆ। ਆ ਜਿਹੜੀ ਨਿੱਕੀ ਅਜੇ ਰਹਿੰਦੀ ਹੈ ਤੇ ਆਹ ਫੂ ਭਰ ਮੁੰਡਾ ਜਿਹਦੇ ਵਰਗਿਆਂ ਨੂੰ ਅਜੇ ਪਤਾ ਨਹੀਂ ਕਿ ਸੌਂ ਕੇ ਦਿਨ ਕਦੋਂ ਚੜ੍ਹਦਾ ਹੈ, ਵਿਚਾਰਾ ਉੱਦਣ ਦਾ ਹਲਾ ਮਗਰ ਖੁੱਚਾ ਤੜਾਉਂਦਾ ਹੈ। ਤੇ ਉਹਨਾਂ ਨੂੰ ਹੌਸਲਾ ਦਿੰਦੀ ਉਹ ਆਪ ਵੀ ਫਿੱਸ ਪਈ। ਨਹੀਂ ਬੀਬੀ, ਸਾਨੂੰ ਆਇਆਂ ਨੂੰ ਸਿਰ 'ਤੇ ਪਿਆਰ ਦੇ ਕੇ ਕੌਣ ਗਲ ਲਾਇਆ ਕਰੂ? ਹਾਏ ਸਾਡੀਆਂ ਰੀਝਾਂ ਕੌਣ ਪੂਰੀਆਂ ਕਰੂ? ਵੱਡੀ ਕੁੜੀ ਦੀ ਲੇਰ ਨਿਕਲ ਗਈ, ਭਾਵ ਉਹ ਹੁਬਕੀ ਰੋਣ ਲੱਗ ਗਈ। ਅਮਰੀਕ ਗੁੰਮਸੁੰਮ ਹੋਇਆ ਬੈਠਾ ਰਿਹਾ। ਉਹਦਾ ਜੀਅ ਕੀਤਾ ਉਹਨਾਂ ਨੂੰ ਚੁੱਪ ਕਰਾਵੇ, ਪਰ ਉਸਨੇ ਮਹਿਸੂਸ ਕੀਤਾ ਕਿ ਜੇ ਉਹ ਬੋਲਿਆ ਤਾਂ ਉਸਦਾ ਰੋਣ ਨਿਕਲ ਜਾਵੇਗਾ। ਇਹ ਕੀ ਵਕਤ ਪਾ ਦਿੱਤਾ ਗਿਆ ਸੀ ਉਸਦਾ ਪਿਓ। ਇਮਾਰਤ ਹੇਠੋਂ ਜਿਵੇਂ ਵੱਡਾ ਥੰਮ ਖਿਸਕ ਗਿਆ ਹੋਵੇ ਤੇ ਸਾਰੀ ਇਮਾਰਤ ਡੋਲ ਰਹੀ ਹੋਵੇ। ਉਹ ਨਿਤਾਣਾ ਜਿਹਾ ਹੋ ਕੇ ਫਿਰ ਲੇਟ ਗਿਆ। ਧਿਆਨ ਪਾਸੇ ਪਾ ਕੇ ਉਹ ਘੜੀ ਦੁੱਖ ਤੋਂ ਮੂੰਹ ਮੋੜਨਾ ਚਾਹੁੰਦਾ ਸੀ।